ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਰਸ ਪੱਥਰ ਆਖੀਐ, ਲੁਕਿਆ ਰਹਿ ਨ ਆਪ ਜਣਾਏ। ਵਿਰਲਾ ਕੋਈ ਸਿਆਣਦਾ, ਖੋਜੀ ਖੋਜ ਲਏ ਸੋ ਪਾਏ। ਪਾਰਸ ਪਰਸ ਅਪਰਸ ਹੋਏ, ਅਸ਼ਟ ਧਾਤ ਇਕ ਧਾਤ ਕਰਾਏ। ਬਾਰਹ ਵੰਨੀ ਹੋਏ ਕੈ, ਕੰਚਨ ਮੁੱਲ ਅਮੁੱਲ ਵਿਕਾਏ। ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲਿਵ ਅਘੜ ਘੜਾਏ। ਚਰਨ ਸਰਣ ਲਿਵ ਲੀਨ ਹੋਏ, ਸੈਂਸਾਰੀ ਨਿਰੰਕਾਰੀ ਭਾਏ। ਘਰ ਬਾਰੀ ਹੋਏ ਨਿਜ ਘਰ ਜਾਏ, ਘਰ ਬਾਰੀ ਹੋਏ ਨਿਜ ਘਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਜੋਤੀ ਸਵੈ ਰੂਪ, ਚਵਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 16ਵੀਂ ਵਾਰ ਦੀ 9ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹੈ, ਗੁਰਮੁਖ ਪਾਰਸ ਦੀ ਨਿਆਈ ਹੁੰਦੇ ਹੈ, ਬਲਕਿ ਪਾਰਸ ਤੋਂ ਵੱਧ ਕੇ। ਜਿਵੇਂ ਪਾਰਸ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਸ ਪਾਰਸ ਨੂੰ ਕੋਈ ਵਿਰਲਾ ਹੀ ਲੱਭਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਨੂੰ ਵੀ ਕੋਈ ਵਿਰਲਾ ਹੀ ਲੱਭ ਪਾਉਂਦਾ ਹੈ ਅਤੇ ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਉਹ ਸੋਨੇ ਦੀ ਨਿਆਈ ਸ਼ੁੱਧ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ, ਵੀ ਮਨੁੱਖ ਸ਼੍ਰੇਣੀ ਦੇ ਵਿੱਚ ਵੇਖਣ ਵਿੱਚ ਆਉਂਦਾ ਹੈ ਵੀ ਸਾਰੇ ਮਨੁੱਖ ਇੱਕੋ ਜਿਹੇ ਹੈ, ਪਰ ਜਿਨ੍ਹਾਂ ਦੀ ਮਾਨਸਿਕ ਉਡਾਣ ਸਿਖਰਾਂ 'ਤੇ ਹੁੰਦੀ ਹੈ, ਉਹਨਾਂ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ? ਤਾਂ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਦੇ ਸਵਾਲ ਦਾ ਜਵਾਬ ਦਿੱਤਾ। ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਨੇ ਅਨੇਕਾਂ ਹੀ ਵਾਰ ਪਾਰਸ ਦੀ ਉਦਾਹਰਣ ਦਿੱਤੀ ਹੈ। ਭਾਵੇਂ ਉਹ ਪਾਰਸ ਪੱਥਰਾਂ ਵਿੱਚ ਲੁਕਿਆ ਰਹਿੰਦਾ ਹੈ, ਉਹ ਆਪਣੇ ਆਪ ਨੂੰ ਕਦੇ ਵੀ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ, ਪਰ ਜਿਹੜੇ ਖੋਜੀ ਹੁੰਦੇ ਹੈ ਨਾ, ਉਹ ਉਹਨੂੰ ਲੱਭ ਲੈਂਦੇ ਹੈ, ਯਤਨ ਕਰਕੇ ਭਾਲ ਲੈਂਦੇ ਉਹਨੂੰ ਪੱਥਰਾਂ ਦੇ ਵਿੱਚੋਂ।
ਇਸੇ ਤਰ੍ਹਾਂ ਜਿਹੜੇ ਮਹਾਂਪੁਰਸ਼ ਹੁੰਦੇ ਆ ਨਾ, ਗੁਰਮੁਖ ਪਿਆਰੇ, ਉਹ ਰਹਿੰਦੇ ਸੰਸਾਰੀ ਲੋਕਾਂ ਵਿੱਚ ਹੀ ਹੈ। ਉਹ ਆਪਣੇ ਆਪ ਨੂੰ ਕਦੇ ਪ੍ਰਗਟ ਨਹੀਂ ਕਰਦੇ, ਔਰ ਜਿਹੜੇ ਗੁਰਮਤਿ ਨੂੰ ਲੱਭਣ ਵਾਲੇ ਹੈ, ਚਾਹੁੰਦੇ ਹੈ ਸਾਨੂੰ ਗੁਰਮਤਿ ਦੀ ਕੋਈ ਕਿਰਨ ਮਿਲੇ, ਉਹ ਉਹਨਾਂ ਮਹਾਂਪੁਰਸ਼ਾਂ ਦੀ ਪਛਾਣ ਕਰ ਲੈਂਦੇ ਹੈ ਅਤੇ ਫਿਰ ਉਹਨਾਂ ਦਾ ਹੀ ਰੂਪ ਬਣ ਜਾਂਦੇ ਆ, ਉਹਨਾਂ ਦੀ ਸੰਗਤ ਕਰਦਿਆਂ ਹੋਇਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਮ੍ਰਿਤ ਬਚਨ ਸਤਿਗੁਰੂ ਦੇ ਦਰਜ ਨੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਸੰਤ ਹਿੰਡੋਲ ਦੇ ਵਿੱਚ ਫਰਮਾਉਂਦੇ ਹੈ, ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਵੀ ਪਾਰਸ ਨੂੰ ਭੇਟ ਕੇ, ਪਾਰਸ ਨੂੰ ਮਿਲ ਕੇ ਪਾਰਸ ਹੀ ਹੋ ਗਏ। ਜਿਹੜਾ ਪੱਥਰ ਦਾ ਪਾਰਸ ਹੈ, ਪੱਥਰ ਦੀ ਗੀਟੀ ਹੈ, ਉਹ ਤਾਂ ਲੋਹੇ ਨੂੰ ਸੋਨਾ ਬਣਾਉਂਦੀ ਹੈ, ਪਾਰਸ ਨਹੀਂ ਬਣਾਉਂਦੀ। ਗੁਰਮੁਖ ਜਿਹੜੇ ਹੈ ਉਹ ਆਪਣੇ ਵਰਗਾ ਹੀ ਗੁਰਮੁਖ ਬਣਾ ਲੈਂਦੇ ਹੈ। ਪਾਰਸ ਜਬ ਭੇਟੈ ਗੁਰ ਪੂਰਾ, ਤਾਂ ਪਾਰਸ ਪਰਸ ਦਿਖਾਏ ਨਾ। ਗੁਰੂ ਨੂੰ ਸਤਿਗੁਰੂ ਨੇ ਪਾਰਸ ਕਿਹਾ ਬਾਣੀ ਵਿੱਚ, ਕਿ ਜਦੋਂ ਪਾਰਸ ਗੁਰੂ ਮਿਲ ਜਾਂਦਾ ਹੈ ਤਾਂ ਫਿਰ ਜਿਹੜੇ ਗੁਣ ਗੁਰੂ ਵਿੱਚ ਹੁੰਦੇ ਹੈ ਉਹ ਗੁਣ ਸਿੱਖ ਦੇ ਵਿੱਚ ਆ ਜਾਂਦੇ ਹੈ। ਜਿਵੇਂ ਭਾਈ ਲਹਿਣੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਅਤੇ ਗੁਰੂ ਹੀ ਬਣ ਗਏ, ਗੁਰੂ ਨਾਨਕ ਦਾ ਰੂਪ ਹੋ ਗਏ। ਸੋ ਇਸ ਤਰ੍ਹਾਂ ਪਾਰਸ ਪਰਸੈ ਪਾਰਸ ਹੋਵੈ, ਸੱਚ ਰਹਿ ਲਿਵ ਲਾਏ, ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਿਗੁਰ ਮਿਲੈ ਪ੍ਰਭ ਆਏ। ਇਹ ਵੀ ਪੂਰਬਲੇ ਕਰਮਾਂ ਕਰਕੇ ਜੋ ਸ੍ਰੇਸ਼ਟ ਲੇਖ ਲਿਖੇ ਜਾਂਦੇ ਹੈ, ਗੁਰੂ ਦਾ ਮਿਲਾਪ ਹੁੰਦਾ ਹੈ, ਗੁਰਮੁਖਾਂ ਦਾ ਮਿਲਾਪ ਹੁੰਦਾ, ਫਿਰ ਜੀਵਨ ਸਵਰ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਗੁਰਮੁਖ ਦੀ ਮਹਿਮਾ ਕਰ ਰਹੇ ਹੈ ਔਰ ਉਦਾਹਰਣ ਪਾਰਸ ਦੀ ਦੇ ਰਹੇ ਹਨ। ਪਾਰਸ ਪੱਥਰ ਆਖੀਐ, ਲੁਕਿਆ ਰਹਿ ਨਾ ਆਪ ਜਣਾਏ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪਾਰਸ ਹੈ ਉਹ ਪੱਥਰ ਹੀ ਹੈ, ਪੱਥਰ ਨੂੰ ਹੀ ਪਾਰਸ ਕਿਹਾ ਜਾਂਦਾ ਹੈ। ਪੱਥਰ ਦੀ ਇੱਕ ਗੀਟੀ ਹੁੰਦੀ ਹੈ, ਲੁਕਿਆ ਰਹੇ, ਹੋਰ ਪੱਥਰਾਂ ਦੇ ਵਿੱਚ ਉਹ ਲੁਕਿਆ ਰਹਿੰਦਾ ਹੈ ਅਤੇ ਆਪਣਾ ਆਪ ਕਦੇ ਵੀ ਪ੍ਰਗਟਾਉਂਦਾ ਨਹੀਂ, ਜਣਾਉਂਦਾ ਨਹੀਂ ਵੀ ਮੈਂ ਪਾਰਸ ਹਾਂ। ਜਿੱਥੇ ਪਹਾੜਾਂ ਵਿੱਚ ਹੋਰ ਪੱਥਰ ਹੁੰਦੇ ਹੈ, ਉਹ ਵੀ ਉਹਨਾਂ ਦੇ ਵਿੱਚ ਹੀ ਲੁਕਿਆ ਹੁੰਦਾ ਹੈ। ਵਿਰਲਾ ਕੋਇ ਸਿਆਣਦਾ, ਖੋਜੀ ਖੋਜ ਲਏ ਸੋ ਪਾਏ। ਪਰ ਕੋਈ ਵਿਰਲਾ ਪਾਰਖੂ ਪੱਥਰਾਂ ਵਿੱਚ ਲੁਕੇ ਹੋਏ ਉਸ ਪਾਰਸ ਨੂੰ ਪਛਾਣ ਲੈਂਦਾ ਹੈ। ਖੋਜੀ ਖੋਜ ਲਏ ਸੋ ਪਾਏ, ਅਤੇ ਉਹ ਖੋਜੀ ਹੁੰਦਾ ਜਿਹੜਾ ਲੱਭਣ ਵਾਲਾ, ਅਤੇ ਖੋਜੀ ਬਣ ਕੇ ਜੋ ਲੱਭਣ ਲੱਗਦਾ ਹੈ ਉਹ ਉਸ ਪਾਰਸ ਨੂੰ ਪ੍ਰਾਪਤ ਕਰ ਲੈਂਦਾ ਹੈ। ਪਾਰਸ ਪਰਸ ਅਪਰਸ ਹੋਏ, ਅਸ਼ਟ ਧਾਤ ਇੱਕ ਧਾਤ ਕਰਾਏ। ਇੱਥੇ ਅਪਰਸ ਦਾ ਮਤਲਬ ਜਿਹੜੀ ਭੈੜੀ ਧਾਤੂ ਹੈ, ਜਿਵੇਂ ਕੋਈ ਗਲਿਆ ਸੜਿਆ ਲੋਹਾ ਹੋਵੇ। ਪਾਰਸ ਜਦੋਂ ਉਸ ਨੂੰ ਛੂਹ ਜਾਂਦਾ ਹੈ, ਉਸ ਨੂੰ 8 ਧਾਤਾਂ ਨੂੰ ਉਹ ਇੱਕ ਧਾਤ ਭਾਵ ਸੋਨਾ ਬਣਾ ਦਿੰਦਾ ਹੈ। ਪਾਰਸ ਦੀ ਇਹ ਵਡਿਆਈ ਹੈ, ਉਹ ਲੋਹੇ ਨੂੰ, ਪਿੱਤਲ ਨੂੰ, ਜਿਸਤ ਨੂੰ, ਚਾਂਦੀ ਨੂੰ ਇਤਿਆਦਿਕ 8 ਧਾਤਾਂ ਨੂੰ ਛੂਹ ਜਾਏ ਤਾਂ ਉਹਨਾਂ ਨੂੰ ਇੱਕ ਧਾਤ ਸੋਨਾ ਬਣਾਉਂਦਾ ਹੈ। 12 ਵੰਨੀ ਹੋਏ ਕੈ, ਕੰਚਨ ਮੁੱਲ ਅਮੁੱਲ ਵਿਕਾਏ। 12 ਵੰਨੀ ਦਾ ਸ਼ੁੱਧ ਸੋਨਾ ਬਣ ਕੇ ਅਤੇ ਸੋਨੇ ਦੇ ਮੁੱਲ ਤੋਂ ਅਮੁੱਲ ਹੋ ਕੇ ਉਹ ਵਿਕਦਾ ਹੈ। ਉਹਦਾ ਬਹੁਤ ਮੁੱਲ ਪੈਂਦਾ ਬਾਜ਼ਾਰ ਦੇ ਵਿੱਚ। ਇਹ ਗੱਲ ਸੀ ਪਾਰਸ ਦੀ। ਹੁਣ ਭਾਈ ਗੁਰਦਾਸ ਜੀ ਇਸ ਦ੍ਰਿਸ਼ਟਾਂਤ ਨੂੰ ਗੁਰਮੁਖਾਂ ਦੇ ਉੱਤੇ ਟਿਕਾਉਂਦੇ ਹੈ
ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲਿਵ ਅਘੜ ਕਢਾਏ। ਭਾਈ ਗੁਰਦਾਸ ਜੀ ਕਹਿੰਦੇ ਹੈ, ਗੁਰਮੁਖ ਨੂੰ ਸਾਧ ਸੰਗਤ ਰੂਪੀ ਸੁਖ ਫਲ ਪ੍ਰਾਪਤ ਹੁੰਦਾ ਹੈ। ਅਤੇ ਗੁਰਮੁਖ ਦੀ ਜਿਹੜੀ ਸੰਗਤ ਹੈ ਨਾ, ਇਹ ਪਾਰਸ ਹੈ। ਜਿਵੇਂ ਪਾਰਸ ਹੋਰ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਇਸੇ ਤਰ੍ਹਾਂ ਗੁਰਮੁਖ ਹੋਰ ਲੋਕ ਜਿਹੜੇ ਹੈ ਉਹਨਾਂ ਦੇ ਮਨ ਨੂੰ ਸ਼ੁੱਧ ਕਰ ਦਿੰਦੇ ਹੈ। ਕਰਦੇ ਕਿਵੇਂ ਹੈ? ਭਾਈ ਗੁਰਦਾਸ ਜੀ ਕਹਿੰਦੇ ਹੈ, ਸ਼ਬਦ ਸੁਰਤ ਲਿਵ ਅਘੜ ਕਢਾਏ। ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਜਾਂ ਸ਼ਬਦ ਨੂੰ ਸੁਰਤੀ ਵਿੱਚ ਲਿਆ ਕੇ ਲਿਵ ਲਾ ਕੇ ਅਤੇ ਅਘੜ ਮਨ ਨੂੰ ਕਢਾਏ, ਘੜ ਦਿੰਦੇ ਹੈ। ਜਿਹੜਾ ਮਨ ਘੜਿਆ ਹੋਇਆ ਨਹੀਂ, ਜਿਹੜਾ ਮਨ ਸ਼ੈਤਾਨ ਹੈ, ਜਿਹੜਾ ਮਨ ਵਿਕਾਰੀ ਹੈ, ਜਿਹੜਾ ਮਨ ਮੈਲ ਦੇ ਨਾਲ ਭਰਿਆ ਹੋਇਆ ਹੈ, ਉਸ ਅਘੜ ਮਨ ਨੂੰ ਘੜ ਦਿੰਦੇ ਹੈ, ਸਵਾਰ ਦਿੰਦੇ ਹੈ, ਉਸ ਮਨ ਨੂੰ ਸ਼ੁੱਧ ਕਰ ਦਿੰਦੇ ਹੈ। ਗੁਰਮੁਖ ਇਹੋ ਜਿਹੇ ਪਰਮ ਪਾਰਸ ਹੁੰਦੇ ਹੈ। ਕਿਉਂਕਿ ਜਿਵੇਂ ਟਕਸਾਲ ਵਿੱਚ ਸਿੱਕਾ ਘੜਿਆ ਜਾਂਦਾ ਹੈ, ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਦਾ ਜੀਵਨ ਘੜਿਆ ਜਾਂਦਾ ਹੈ। ਇੱਥੇ ਜੀਵਨ ਸਵਰਦਾ ਹੈ, ਇੱਥੇ ਜੀਵਨ ਬਣਦਾ ਹੈ, ਜੀਵਨ ਉੱਚਾ ਹੁੰਦਾ ਹੈ। ਤੋ ਇਹ ਸਾਧ ਸੰਗਤ ਜਿਹੜੀ ਗੁਰਮੁਖਾਂ ਦੀ ਹੈ, ਇਹੀ ਪਾਰਸ ਹੈ। ਬਾਹਰ ਦਾ ਪਾਰਸ ਤਾਂ ਕਿਸੇ ਨੂੰ ਲੱਭੇ ਭਾਵੇਂ ਨਾ ਲੱਭੇ, ਪਰ ਗੁਰਮੁਖਾਂ ਦੀ ਸਾਧ ਸੰਗਤ ਇਹ ਪਾਰਸ ਸਦਾ ਹੀ ਹੈ, ਸਦਾ ਕਾਇਮ ਰਹਿੰਦੀ ਹੈ। ਅਤੇ ਇੱਥੇ ਆ ਕੇ ਅਘੜ ਮਨ ਘੜੇ ਜਾਂਦੇ ਹੈ। ਚਰਨ ਸਰਣ ਲਿਵ ਲੀਨ ਹੋਏ, ਸੈਂਸਾਰੀ ਨਿਰੰਕਾਰੀ ਭਾਏ। ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਗੁਰਮੁਖ ਲਿਵ ਲੀਨ ਹੋਣ ਵਾਲੇ ਹੈ, ਅਤੇ ਸੰਸਾਰੀ ਵਰਤੋਂ ਵਿਹਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਨਿਰੰਕਾਰ ਨੂੰ ਸਦਾ ਹੀ ਭਾਏ ਚੰਗੇ ਲੱਗਦੇ ਹੈ। ਉਹ ਸੰਸਾਰੀ ਕੰਮਕਾਰ ਕਰਦੇ ਹੈ ਅਤੇ ਰੱਬ ਜੀ ਨੂੰ ਚੰਗੇ ਲੱਗਦੇ ਹੈ। ਘਰ ਬਾਰੀ ਹੋਏ ਨਿਜ ਘਰ ਜਾਏ। ਭਾਈ ਗੁਰਦਾਸ ਜੀ ਕਹਿੰਦੇ ਉਹ ਘਰ ਬਾਰੀ ਹੁੰਦੇ ਹੋਏ ਵੀ, ਘਰ ਬਾਰੀ ਦਾ ਮਤਲਬ ਗ੍ਰਸਤੀ, ਜਿਵੇਂ ਆਪਾਂ ਸਾਰੇ ਘਰਾਂ ਵਿੱਚ ਰਹਿੰਦੇ ਹਾਂ, ਪਰਿਵਾਰਾਂ ਵਾਲੇ ਹਾਂ, ਇਸ ਤਰ੍ਹਾਂ ਗ੍ਰਸਤੀ ਹੁੰਦੇ ਹੋਏ ਵੀ ਉਹ ਨਿਜ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਚਲੇ ਜਾਂਦੇ ਹੈ। ਇਹ ਨਹੀਂ ਕਿ ਉਹ ਘਰ-ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਹੈ, ਫਿਰ ਘਰ ਪਰਿਵਾਰ ਦੇ ਜੀਆਂ ਦੀ ਖਬਰਸਾਰ ਨਹੀਂ ਲੈਂਦੇ, ਕਿਸੇ ਦੇ ਦੁੱਖ ਸੁੱਖ ਵਿੱਚ ਨਹੀਂ ਆਉਂਦੇ, ਐਸਾ ਨਹੀਂ ਹੈ। ਉਹ ਦੁੱਖਾਂ ਵਿੱਚ ਵੀ ਸੁੱਖਾਂ ਵਿੱਚ ਵੀ ਮੇਲ ਜੋਲ ਰੱਖਦੇ ਹੈ। ਗ੍ਰਸਤੀ ਹਨ। ਗ੍ਰਸਤ ਨੂੰ ਉੱਤਮ ਕਿਹਾ ਮੇਰੇ ਸਤਿਗੁਰੂ ਨੇ। ਜੇ ਗ੍ਰਸਤ ਭੈੜਾ ਹੁੰਦਾ ਤਾਂ ਸਤਿਗੁਰੂ ਕਦੇ ਪਰਿਵਾਰ ਵਿੱਚ ਟਿਕਦੇ ਹੀ ਨਾ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ, ਤਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਅੰਤਲਾ ਸਮਾਂ ਆਇਆ, ਹਜ਼ੂਰ ਜੀ ਕੋਲ ਰਹੇ, ਮਾਤਾ ਤ੍ਰਿਪਤਾ ਜੀ ਬਾਬਾ ਕਾਲੂ ਜੀ ਦੇ ਕੋਲ ਰਹੇ। ਪਤਾ ਸੀ ਅੰਤਰਜਾਮੀ ਸਤਿਗੁਰੂ ਨੂੰ, ਪਰ ਸੰਸਾਰ ਦੇ ਭਲੇ ਲਈ ਮਹਾਰਾਜ ਗਏ, 4 ਉਦਾਸੀਆਂ ਕੀਤੀਆਂ, ਥਾਂ ਥਾਂ 'ਤੇ ਲੋਕਾਂ ਨੂੰ ਉਪਦੇਸ਼ ਦਿੱਤਾ। ਅਖੀਰ ਮਾਤਾ ਪਿਤਾ ਨੂੰ ਉਪਦੇਸ਼ ਦੇ ਕੇ ਸਾਰੇ ਅਗਿਆਨਤਾ ਦੇ ਮੋਹ ਦੇ ਪਰਦੇ ਦੂਰ ਕਰ ਦਿੱਤੇ। ਅਖੀਰ ਵੇਲੇ ਜਣਾ ਦਿੱਤਾ ਸੀ ਵੀ ਅਸੀਂ ਕਿਸ ਲਈ ਸੰਸਾਰ ਵਿੱਚ ਆਏ ਹਾਂ, ਕਿਉਂ ਆਏ ਹਾਂ, ਕੀ ਕਾਰਨ ਸੀ। ਐਸਾ ਗਿਆਨ ਸਤਿਗੁਰੂ ਨੇ ਕਰਾਇਆ। ਸੋ ਗੁਰੂ ਸਾਹਿਬ ਆਪ ਘਰ ਬਾਰੀ ਹੋਏ ਵਰਤਿਆ, ਆਪ ਗ੍ਰਸਤੀ ਹੋਏ ਹੈ ਸੱਚੇ ਪਾਤਸ਼ਾਹ ਜੀ, ਔਰ ਗ੍ਰਸਤ ਨੂੰ ਉੱਤਮ ਕਿਹਾ ਹੈ। ਗੁਰਮੁਖ ਗ੍ਰਸਤ ਦੇ ਵਿੱਚ ਰਹਿੰਦੇ ਹੋਏ ਵੀ ਉਪਰਾਮ ਰਹਿੰਦੇ ਹੈ। ਕਿਵੇਂ ਉਪਰਾਮ ਨੇ? ਸਵੇਰੇ ਉੱਠੇ, ਇਸ਼ਨਾਨ ਕੀਤਾ, ਚਿੱਤ ਦੀ ਬਿਰਤੀ ਇਕਾਗਰ ਕਰ ਲਈ, ਸਿਮਰਨ ਕਰਦੇ ਹੈ, ਨਿਤਨੇਮ ਕਰਦੇ ਹੈ, ਸਤ ਸੰਗਤ ਕਰਦੇ ਹੈ। ਫਿਰ ਸਾਰਾ ਦਿਨ ਆਪਣੇ ਕੰਮਾਂ ਕਾਰਾਂ 'ਚ ਰੁੱਝੇ ਰਹਿੰਦੇ ਹੈ। ਸ਼ਾਮ ਵੇਲਾ ਹੁੰਦਾ ਹੈ, ਫਿਰ 5 ਇਸ਼ਨਾਨਾਂ ਕਰਦੇ ਹੈ, ਰਹਿਰਾਸ ਸਾਹਿਬ ਦਾ ਪਾਠ ਕਰਦੇ ਹੈ, ਫਿਰ ਉਪਰਾਮ ਹੋ ਜਾਂਦੇ ਹੈ।
ਇਹੀ ਤਾਂ ਜੀਵਨ ਜਾਚ ਮੇਰੇ ਸਤਿਗੁਰੂ ਨੇ ਸਿਖਾਈ ਹੈ ਵੀ ਗ੍ਰਸਥ ਵਿੱਚ ਰਹਿੰਦਿਆਂ ਕਿਵੇਂ ਉਪਰਾਮ ਰਹਿਣਾ ਹੈ। ਸੋ ਪਾਰਸ ਦੇ ਵਿੱਚ ਇੰਨਾ ਗੁਣ ਤਾਂ ਜ਼ਰੂਰ ਹੈ ਕਿ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਹ ਹੋਰ ਅੱਗੇ ਜਿਹੜਾ ਲੋਹਾ ਸੋਨਾ ਬਣਿਆ ਕਿਸੇ ਦੂਜੇ ਨੂੰ ਸੋਨਾ ਨਹੀਂ ਬਣਾ ਸਕਦਾ। ਪਰ ਗੁਰਮੁਖਾਂ ਦੀ ਸੰਗਤ ਜਿਹੜੀ ਹੈ ਉਹ ਨੀਵਿਆਂ ਤੋਂ ਨੀਵਿਆਂ ਨੂੰ ਵੀ, ਜਿਨ੍ਹਾਂ ਦਾ ਜੀਵਨ ਨੀਵਾਂ ਹੈ, ਉਹਨਾਂ ਨੂੰ ਵੀ ਉੱਚੇ ਜੀਵਨ ਵਾਲਾ ਕਰ ਦਿੰਦੀ ਹੈ। ਸੋ ਗੁਰਮੁਖ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਮੁਕਤ ਹੁੰਦੇ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ, ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਉਂਦੇ ਹੈ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ। ਮਹਾਰਾਜ ਜੀ ਕਹਿੰਦੇ ਗੁਰੂ ਨੂੰ ਮਿਲ ਕੇ ਹੀ ਜੀਵਨ ਦੀ ਜੁਗਤੀ ਪੂਰੀ ਹੁੰਦੀ ਹੈ, ਨਹੀਂ ਤੇ ਅਧੂਰੀ ਰਹਿ ਜਾਂਦੀ ਹੈ। ਉਹ ਜੀਵਨ ਦੀ ਜੁਗਤੀ ਕਿਹੜੀ ਹੈ? ਹਸੰਦਿਆਂ ਪੈ ਨੰਦਿਆਂ, ਹਸੰਦਿਆਂ ਪੈ ਨੰਦਿਆਂ, ਖਾਵੰਦਿਆਂ ਵਿੱਚੇ ਹੋਵੈ ਮੁਕਤ। ਹੱਸਦਿਆਂ ਖੇਡਦਿਆਂ, ਵਸਤਰ ਹੰਢਾਉਂਦਿਆਂ ਤੇ ਨਾਮ ਜਪਦਿਆਂ ਮੁਕਤੀ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਵਿੱਚ ਗੁਰਮੁਖ ਅਭੇਦ ਹੋ ਜਾਂਦੇ ਹੈ। ਇਸ ਤੋਂ ਬਾਅਦ ਗੁਰਸਿੱਖਾਂ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ, ਭਾਈ ਗੁਰਦਾਸ ਸਾਹਿਬ ਜੀ, ਜਦੋਂ ਅਸੀਂ ਸਨਾਤਨ ਮਤ ਦੇ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਚਿੰਤਾਮਣੀ ਜਿਹੜੀ ਹੈ ਉਹ ਚਿੰਤਾ ਦੂਰ ਕਰਦੀ ਹੈ, ਕਾਮਧੇਨ ਗਊ ਕਾਮਨਾ ਨੂੰ ਪੂਰੀ ਕਰਦੀ ਹੈ, 9 ਨਾਥ ਹਨ ਲੋਕ ਇਹਨਾਂ ਦੇ ਕੋਲ ਜਾਂਦੇ ਹੈ। ਸਾਨੂੰ ਇਹ ਦੱਸੋ ਵੀ ਗੁਰਮੁਖਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਫਰਕ ਹੈ? ਭਾਈ ਗੁਰਦਾਸ ਦੀਆਂ ਸਾਧ ਸੰਗਤ ਜਿਹੜੀਆਂ ਵਾਰਾਂ ਹਨ ਨਾ, ਬਹੁਤੇ ਤਾਂ ਪੜ੍ਹਦੇ ਨਹੀਂ ਔਰ ਬਹੁਤੇ ਥਾਵਾਂ 'ਤੇ ਇਹਨਾਂ ਵਾਰਾਂ ਦੀ ਵਿਚਾਰ ਨਹੀਂ ਹੁੰਦੀ। ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸਿੱਖੀ ਦੀ ਰਹਿਤ ਮਰਿਆਦਾ ਕਿਹਾ ਹੈ। ਇਹ ਸਿੱਖੀ ਦੀ ਰਹਿਤ ਮਰਿਆਦਾ ਹੈ। ਬਹੁਤ ਸਾਰੇ ਬਚਨ ਭਾਈ ਗੁਰਦਾਸ ਦੀਆਂ ਵਾਰਾਂ 'ਚੋਂ ਹਨ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਵਿਆਖਿਆ ਹੈ। ਭਾਈ ਗੁਰਦਾਸ ਨੂੰ ਮਾਣ ਪ੍ਰਾਪਤ ਹੋਇਆ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਣ ਦਾ। ਭਾਈ ਗੁਰਦਾਸ ਨੇ ਆਪਣੀ ਕਲਮ ਦੇ ਨਾਲ ਸਾਰੀ ਬਾਣੀ ਲਿਖੀ ਹੈ। 9ਵੇਂ ਪਾਤਸ਼ਾਹ ਦੀ ਬਾਣੀ ਛੱਡ ਕੇ ਜੋ 5ਵੇਂ ਪਾਤਸ਼ਾਹ ਨੇ ਸਵਰੂਪ ਤਿਆਰ ਕੀਤਾ, ਵਾਰਾਂ ਲਿਖੀਆਂ, ਇਹ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਹੈ। ਭਾਈ ਗੁਰਦਾਸ ਜੀ ਨੂੰ ਜਦੋਂ ਪੁੱਛਿਆ ਵੀ ਦੱਸੋ ਸਾਨੂੰ ਫਰਕ ਕੀ ਹੈ, ਚਿੰਤਾਮਣੀ, ਕਾਮਧੇਨ ਅਤੇ 9 ਨਾਥ, ਗੁਰਮੁਖਾਂ ਦੀ ਕੀ ਵਿਸ਼ੇਸ਼ਤਾ ਹੈ? ਅਤੇ ਉਹ ਵਿਸ਼ੇਸ਼ਤਾ ਹੁਣ ਅਗਲੀ 10ਵੀਂ ਪੌੜੀ ਵਿੱਚ ਦੱਸਦੇ ਹੈ। ਚਿੰਤਾ ਮਨ ਚਿੰਤਾ ਹਰੈ, ਕਾਮਧੇਨ ਕਾਮਨਾ ਪੁਜਾਏ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ, ਸਨਾਤਨ ਮਤ ਦੇ ਗ੍ਰੰਥਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਚਿੰਤਾਮਣੀ ਹੈ, ਇੱਕ ਮਣੀ ਹੁੰਦੀ ਆ, ਉਹ ਚਿੱਤ ਦੀਆਂ ਗੱਲਾਂ ਜੋ ਚਿੱਤ ਵਿੱਚ ਚਾਹੀਏ ਉਹ ਦੇ ਦਿੰਦੀ ਹੈ ਅਤੇ ਚਿੰਤਾ ਦੂਰ ਹੋ ਜਾਂਦੀ ਬੰਦੇ ਦੀ। ਸਨਾਤਨ ਮਤ ਦੇ ਗ੍ਰੰਥ ਇਹ ਗੱਲ ਕਹਿੰਦੇ ਹੈ ਵੀ ਚਿੰਤਾਮਣੀ ਚਿੱਤ ਦੀ ਚਿੰਤਾ ਦੂਰ ਕਰਦੀ ਹੈ ਅਤੇ ਕਾਮਧੇਨ ਗਾਂ ਜਿਹੜੀ ਹੈ ਉਹ ਕਾਮਨਾ ਨੂੰ, ਜੋ ਬੰਦੇ ਦੇ ਮਨ ਵਿੱਚ ਇੱਛਾ ਹੁੰਦੀ, ਕਾਮਨਾ ਪੂਰੀ ਕਰਦੀ ਹੈ। ਫਲ ਫੁੱਲ ਦੇਂਦਾ ਪਾਰਜਾਤ, ਰਿੱਧ ਸਿੱਧ ਨਵਨਾਥ ਲੁਭਾਏ। ਜਿਹੜਾ ਪਾਰਜਾਤ ਕਲਪ ਬ੍ਰਿਸ਼ ਹੈ ਉਹ ਆਪਣੇ ਫਲ ਅਤੇ ਫੁੱਲ ਦਿੰਦਾ ਹੈ। ਜਿਹੜੇ 9 ਨਾਥ ਹਨ ਇਹ ਵੀ ਰਿੱਧੀਆਂ ਸਿੱਧੀਆਂ ਦੇ ਵਿੱਚ ਲੁਭਾਏਮਾਨ ਹੋਏ ਰਹਿੰਦੇ ਆ। ਲੋਭ ਹੁੰਦਾ ਇਹਨਾਂ ਦੇ ਮਨ ਵਿੱਚ ਵੱਧ ਤੋਂ ਵੱਧ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣ। ਪਰ ਇਹ ਸਾਰੇ ਹੀ ਭਾਈ ਗੁਰਦਾਸ ਜੀ ਕਹਿੰਦੇ ਮੁਕਤੀ ਨਹੀਂ ਦੇ ਸਕਦੇ। ਨਾ ਚਿੰਤਾਮਣੀ ਮੁਕਤ ਕਰੇ,
ਨਾ ਕਾਮ ਧੇਨ ਗਾਂ ਮੁਕਤੀ ਦਵੇ, ਨਾ ਹੀ ਪਾਰ ਜਾਤ ਕਲਪ ਬ੍ਰਿਸ਼ ਮੁਕਤੀ ਦਵੇ। ਪਦਾਰਥ ਦੇ ਸਕਦੇ ਨੇ, ਸਨਾਤਨ ਮਤ ਦੇ ਗ੍ਰੰਥ ਕਹਿੰਦੇ ਹੈ, ਪਰ ਮੁਕਤੀ ਨਹੀਂ ਕੋਈ ਦੇ ਸਕਦਾ। ਰਿੱਧ ਸਿੱਧ ਨਵਨਾਥ ਲੁਭਾਏ, ਗਿਆਨੀ ਹਜ਼ਾਰਾ ਸਿੰਘ ਵਾਲਾ ਜੋ ਟੀਕਾ ਹੈ ਉੱਥੇ ਨਿੱਧ ਪਾਠ ਵੀ ਵਿੱਚ ਹੈ, ਰਿੱਧ ਸਿੱਧ ਨਿੱਧ ਨਵਨਾਥ ਲੁਭਾਏ, ਪਰ ਹੋਰ ਕਿਤੇ ਪ੍ਰਾਪਤ ਨਹੀਂ ਹੋਇਆ। ਸੋ ਇਸ ਲਈ ਰਿੱਧ ਸਿੱਧ ਨਵਨਾਥ ਲੁਭਾਏ, ਕਿ ਜਿਹੜੇ ਨੌ ਨਾਥ ਹਨ ਇਹ ਵੀ ਰਿੱਧੀਆਂ ਸਿੱਧੀਆਂ ਵਿੱਚ ਹੀ ਲੁਭਾਏ ਮਨ ਲੋਭ ਕਰਦੇ ਹੈ। ਅਤੇ ਜਿਹੜੇ ਲੋਕ ਇਹਨਾਂ ਦੀ ਸ਼ਰਨ ਵਿੱਚ ਜਾਂਦੇ ਹੈ ਨੌ ਨਾਥਾਂ ਦੀ, ਇਹ ਉਹਨਾਂ ਨੂੰ ਮੁਕਤੀ ਨਹੀਂ ਦੇ ਸਕਦੇ। ਆਪ ਨਹੀਂ ਮੁਕਤ, ਹੋਰਾਂ ਨੂੰ ਕਿੱਥੋਂ ਮੁਕਤੀ ਦੇਣਗੇ। 10 ਅਵਤਾਰ ਆਕਾਰ ਕਰ, ਪੁਰਖਾਰਥ ਕਰ ਨਾਮ ਗਣਾਏ। ਭਾਈ ਗੁਰਦਾਸ ਜੀ ਕਹਿੰਦੇ ਹੋਰ ਸੁਣੋ, ਜਿਹੜੇ 10 ਅਵਤਾਰਾਂ ਨੇ ਜਨਮ ਧਾਰਿਆ, ਉਹਨਾਂ ਨੇ ਵੀ ਪੁਰਖਾਰਤ ਬਲ ਕਰਕੇ ਕਈ ਕੰਮ ਕੀਤੇ, ਕਈਆਂ ਨੇ ਜੰਗ ਕੀਤੇ, ਅਤੇ ਉਹਨਾਂ ਨੇ ਆਪਣਾ ਨਾਮ ਗਿਣਾਇਆ ਦੁਨੀਆ ਵਿੱਚ, ਅਸੀਂ ਆਹ ਕੀਤਾ, ਅਸੀਂ ਫਲਾਣਾ ਕੰਮ ਕੀਤਾ। ਉਹ ਆਪਣੀ ਸ਼ੋਭਾ ਕਰਾਉਂਦੇ ਰਹੇ। ਅਤੇ ਗੁਰੂ ਨਾਨਕ ਦੇ ਘਰ ਦਾ ਇਹੀ ਫਰਕ ਹੈ। ਸਤਿਗੁਰੂ ਕਹਿੰਦੇ ਹੈ ਪਰਮੇਸ਼ਰ ਨੇ ਕਰਵਾਇਆ, ਉਹ ਕਰਵਾਉਣ ਵਾਲਾ ਹੈ, ਅਤੇ ਉਹ ਅਵਤਾਰ ਉਹ ਕਹਿੰਦੇ ਅਸੀਂ ਕੀਤਾ। ਸੋ ਬਲ ਕਰਕੇ ਜਿਹੜਾ ਕੋਈ ਕੰਮ ਕੀਤਾ ਉਹਨਾਂ ਅਵਤਾਰਾਂ ਨੇ ਆਪਣਾ ਹੀ ਨਾਮ ਦੁਨੀਆ ਵਿੱਚ ਗਿਣਾਇਆ ਹੈ। ਗੁਰਮੁਖ ਸੁਖ ਫਲ ਸਾਧ ਸੰਗ, 4 ਪਦਾਰਥ ਸੇਵਾ ਲਾਏ। ਹੁਣ ਭਾਈ ਗੁਰਦਾਸ ਜੀ ਗੁਰਮੁਖਾਂ ਦੀ ਗੱਲ ਕਰਦੇ, ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਸਾਧ ਸੰਗਤ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਿਹੜੇ 4 ਪਦਾਰਥ ਹਨ ਧਰਮ ਅਰਥ ਕਾਮ ਮੋਖ, ਇਹ ਗੁਰਮੁਖਾਂ ਨੂੰ ਕਿਤੋਂ ਲੈਣ ਨਹੀਂ ਜਾਣੇ ਪੈਂਦੇ। ਗੁਰਮੁਖਾਂ ਨੂੰ ਹੋਰ ਕਿਸੇ ਦੁਨੀਆ ਦੇ ਕਿਸੇ ਅਵਤਾਰੀ ਪੁਰਸ਼ ਜਾਂ ਕਿਸੇ ਅੱਗੇ ਝੋਲੀ ਨਹੀਂ ਅੱਡਣੀ ਪੈਂਦੀ, ਇਹ 4 ਪਦਾਰਥ ਚਾਹੀਦੇ ਹੈ। ਪਰਮਾਤਮਾ ਆਪ ਇਹ 4 ਪਦਾਰਥ ਉਹਨਾਂ ਦੀ ਸੇਵਾ ਵਿੱਚ ਲਾ ਦਿੰਦਾ ਹੈ। ਰੱਬ ਆਪ ਕਹਿੰਦਾ 4 ਪਦਾਰਥਾਂ ਨੂੰ ਵੀ ਜਾਓ ਗੁਰਮੁਖਾਂ ਦੇ ਸੇਵਾ ਵਿੱਚ ਰਹੋ, ਉਹਨਾਂ ਦੇ ਕੋਲ ਕੋਈ ਤੋਟ ਨਹੀਂ ਆਉਂਦਾ। 4 ਪਦਾਰਥ ਹੁੰਦੇ ਉਹਨਾਂ ਕੋਲ, ਧਰਮ ਅਰਥ ਕਾਮ ਮੋਕਸ਼। ਧਰਮ ਅਤੇ ਅਰਥ ਦਾ ਅਰਥ ਹੁੰਦਾ ਲੋੜ, ਜਿਹੜੀ ਕੋਈ ਲੋੜ ਹੁੰਦੀ ਉਹ ਵੀ ਉਹ ਪੂਰੀ ਹੁੰਦੀ ਗੁਰਮੁਖਾਂ ਦੀ। ਕਾਮ ਕਹਿੰਦੇ ਕਾਮਨਾ ਨੂੰ, ਜੋ ਮਨ ਵਿੱਚ ਕਾਮਨਾ ਹੁੰਦੀ ਉਹ ਵੀ ਪੂਰੀ ਹੁੰਦੀ ਹੈ। ਅਤੇ ਮੋਖ ਉਹ ਮੁਕਤ ਵੀ ਹੁੰਦੇ ਹੈ, ਬੰਧਨਾਂ ਵਿੱਚ ਨਹੀਂ ਪਏ ਹੁੰਦੇ। ਗੁਰਮੁਖਾਂ ਦੇ ਵਿੱਚ ਇਹੀ ਫਰਕ ਹੈ ਵੀ 4 ਪਦਾਰਥ ਪਰਮਾਤਮਾ ਉਹਨਾਂ ਦੀ ਸੇਵਾ ਵਿੱਚ ਲਾ ਦਿੰਦਾ ਹੈ। ਸ਼ਬਦ ਸੁਰਤ ਲਿਵ ਪਿਰਮ ਰਸ, ਅਕਥ ਕਹਾਣੀ ਕਥੀ ਨਾ ਜਾਏ। ਗੁਰਮੁਖ ਤਾਂ ਸੁਰਤ ਸ਼ਬਦ ਦਾ ਮਿਲਾਪ ਕਰਕੇ ਸਦਾ ਹੀ ਲਿਵ ਲਾਈ ਰੱਖਦੇ ਹੈ। ਸ਼ਬਦ ਸੁਰਤ, ਸ਼ਬਦ ਦੀ ਸੁਰਤ ਗਿਆਤ ਦੇ ਵਿੱਚ ਲਿਵ ਲਾ ਕੇ ਰੱਖਦੇ ਹੈ, ਅਤੇ ਪਿਰਮ ਰਸ ਪ੍ਰੇਮ ਰਸ ਦੇ ਪਿਆਲੇ ਨੂੰ ਪੀਂਦੇ ਹੈ। ਅਕਥ ਕਹਾਣੀ ਕਥੀ ਨਾ ਜਾਏ, ਅਤੇ ਇਸ ਪ੍ਰੇਮ ਰਸ ਦੀ ਜਿਹੜੀ ਕਹਾਣੀ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜਿਹੜਾ ਪ੍ਰੇਮ ਹੈ ਨਾ ਉਹਦਾ ਕੋਈ ਹੱਦ ਬੰਨਾ ਨਹੀਂ ਹੁੰਦਾ। ਸਿਰਫ ਉਸ ਦੇ ਬਾਰੇ ਹੀ ਦੱਸਿਆ ਜਾ ਸਕਦਾ ਹੈ ਜਿਹਦੀ ਕੋਈ ਸੀਮਾ ਹੋਵੇ, ਜਿਹਦਾ ਕੋਈ ਹੱਦ ਬੰਨਾ ਹੋਵੇ। ਪਰ ਜਿਹੜਾ ਹੈ ਹੀ ਹੱਦ ਬੰਨੇ ਤੋਂ ਬਾਹਰ, ਉਹਦੇ ਬਾਰੇ ਬਿਲਕੁਲ ਨਹੀਂ ਦੱਸਿਆ ਜਾ ਸਕਦਾ। ਤੋ ਗੁਰਮੁਖ ਪ੍ਰੇਮ ਰਸ ਨੂੰ ਪ੍ਰਾਪਤ ਕਰਦੇ ਹੈ। ਉਹਨਾਂ ਗੁਰਮੁਖਾਂ ਦੀ ਕਹਾਣੀ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਪਾਰ ਬ੍ਰਹਮ ਪੂਰਨ ਬ੍ਰਹਮ, ਭਗਤ ਵਸ਼ਲ ਹੋਏ ਅਛਲ ਛਲਾਏ। ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਾਰ ਬ੍ਰਹਮ, ਅਤੇ ਇਸ ਸਾਰੀ ਪ੍ਰਕਿਰਤੀ ਦੇ ਵਿੱਚ ਪੂਰਨ ਹੈ ਬ੍ਰਹਮ, ਉਹ ਕੈਸਾ ਹੈ? ਭਗਤ ਵਸ਼ਲ। ਉਹ ਭਗਤ ਵਸ਼ਲ,
ਵਸ਼ਲ ਕਹਿੰਦੇ ਪਿਆਰਾ, ਉਹ ਭਗਤੀ ਨੂੰ ਪਿਆਰ ਕਰਨ ਵਾਲਾ। ਭਗਤ ਉਹਦੀ ਭਗਤੀ ਕਰਦੇ ਆ, ਇਸ ਲਈ ਉਹਨਾਂ ਨੂੰ ਪਿਆਰ ਕਰਦਾ। ਭਗਤ ਵਸ਼ਲ ਹੈ। ਅਤੇ ਭਗਤ ਵਸ਼ਲ ਹੁੰਦਾ ਹੋਇਆ ਪਰਮਾਤਮਾ ਭਗਤਾਂ ਤੋਂ ਆਪਣਾ ਆਪ ਛਲਵਾ ਲੈਂਦਾ ਹੈ, ਆਪ ਭਗਤਾਂ ਦੇ ਵੱਸ ਵਿੱਚ ਹੋ ਜਾਂਦਾ ਹੈ। ਪਰਮੇਸ਼ਰ ਦੇ ਪਿਆਰੇ ਗੁਰਮੁਖ ਭਗਤ ਪ੍ਰਭੂ ਨੂੰ ਪ੍ਰੇਮ ਕਰਕੇ ਵੱਸ ਵਿੱਚ ਕਰ ਲੈਂਦੇ ਹੈ, ਅਤੇ ਪ੍ਰੇਮ ਕਰਕੇ ਫਿਰ ਜੋ ਵੀ ਪਰਮਾਤਮਾ ਨੂੰ ਕਹਿਣ, ਪਰਮਾਤਮਾ ਉਹਨਾਂ ਦੇ ਬੋਲ ਕਦੇ ਮੋੜਦਾ ਨਹੀਂ, ਉਹ ਪੂਰੇ ਹੁੰਦੇ ਹੈ। ਐਸਾ ਪ੍ਰੇਮ ਹੁੰਦਾ ਪਰਮੇਸ਼ਰ ਦਾ ਭਗਤਾਂ ਦੇ ਨਾਲ ਵੀ ਉਹ ਆਪਣਾ ਆਪ ਵੱਸ ਵਿੱਚ ਕਰਵਾ ਲੈਂਦਾ। ਉੱਦਾਂ ਜੇ ਕੋਈ ਕਹੇ ਵੀ ਰੱਬ ਨੂੰ ਤਾਕਤ ਦੇ ਨਾਲ ਵੱਸ ਵਿੱਚ ਕਰਨਾ, ਬੜੇ ਇੱਥੇ ਤਾਕਤ ਵਾਲੇ ਸਿਕੰਦਰ ਵਰਗੇ ਆਏ, ਰਾਜੇ ਮਹਾਰਾਜੇ ਆਏ, ਦੁਨੀਆ ਤੋਂ ਚਲੇ ਗਏ, ਪਰ ਰੱਬ ਨੂੰ ਵੱਸ ਵਿੱਚ ਨਹੀਂ ਕਰ ਸਕੇ। ਭਗਤਾਂ ਦੇ ਵੱਸ ਵਿੱਚ ਹੈ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕਉ ਗਹਿ ਬਾਂਧੈ, ਤਉ ਮੋਹ ਪੈ ਜਵਾਬ ਨਾ ਹੋਏ। ਰੱਬ ਨਾ ਇਹ ਕਹਿੰਦਾ ਹੈ। ਸੋ ਇਸ ਲਈ ਰੱਬ ਭਗਤਾਂ ਦੇ ਅਧੀਨ ਹੈ। ਲੇਖ ਅਲੇਖ ਨਾ ਕੀਮਤ ਪਾਏ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ, ਜਿਹੜੇ ਗੁਰਮੁਖ ਪਿਆਰੇ ਹਨ ਉਹ ਲੇਖਾਂ ਤੋਂ ਅਲੇਖ ਹਨ, ਉਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਗੁਰਮੁਖਾਂ ਦੀ ਬਰਾਬਰਤਾ ਨਾ ਤਾਂ ਕਾਮਧੇਨ ਗਊ ਕਰ ਸਕਦੀ ਹੈ, ਨਾ ਚਿੰਤਾ ਮਣੀ ਕਰ ਸਕਦੀ ਹੈ, ਨਾ ਕਲਪ ਬ੍ਰਿਸ਼ ਕਰ ਸਕਦਾ, ਨਾ ਨੌ ਨਾਥ ਕਰ ਸਕਦੇ। ਕੋਈ ਗੁਰਮੁਖਾਂ ਦੀ ਬਰਾਬਰੀ ਨਹੀਂ ਕਰ ਸਕਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਨੇ, ਪਾਰ ਜਾਤ ਇਹੋ ਹਰ ਕੋ ਨਾਮ। ਮਹਾਰਾਜ ਕਹਿੰਦੇ ਤੂੰ ਬਾਹਰ ਦੇ ਪਾਰ ਜਾਤ ਤੋਂ ਕੀ ਲੈਣਾ, ਪਰਮਾਤਮਾ ਦਾ ਨਾਮ ਇਹ ਹੈ ਅਸਲੀ ਪਾਰ ਜਾਤ। ਕਾਮ ਧੇਨ ਹਰ ਹਰ ਗੁਣ ਗਾਮ। ਹਰੀ ਦੇ ਗੁਣ ਗਾਉਣੇ ਇਹੀ ਕਾਮ ਧੇਨ ਗਊ ਹੈ। ਤੂੰ ਰੱਬ ਦੇ ਗੁਣ ਗਾ, ਰੱਬ ਤੇਰੀਆਂ ਕਾਮਨਾਵਾਂ ਪੂਰੀਆਂ ਕਰੇਗਾ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਰੱਬ ਦੀਆਂ ਕਥਾ ਕਹਾਣੀਆਂ ਕਰ, ਰੱਬ ਦਾ ਨਾਮ ਸੁਣਦਿਆਂ ਤੇਰੇ ਸਾਰੇ ਦੁੱਖ ਦਰਦ ਲੈ ਜਾਣਗੇ, ਦੂਰ ਹੋ ਜਾਣਗੇ। ਇਸ ਲਈ ਕੋਈ ਗੁਰਮੁਖਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਹੁਣ ਇਸ ਤੋਂ ਅਗਲੀ ਪੌੜੀ ਦੇ ਵਿੱਚ 11ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਾਦਰ ਦੀ, ਪ੍ਰਭੂ ਦੀ ਜੋ ਕੁਦਰਤ ਹੈ ਨਾ, ਉਸ ਦੀ ਬੇਅੰਤਤਾ ਦਾ ਜ਼ਿਕਰ ਕਰਦੇ ਹੈ। ਇੱਕ ਕਵਾਉ ਪਸਾਉ ਕਰ, ਨਿਰੰਕਾਰ ਆਕਾਰ ਬਣਾਇਆ। ਪਰਮਾਤਮਾ ਨੇ, ਨਿਰੰਕਾਰ ਨੇ ਆਪਣੇ ਇੱਕ ਵਾਕ ਦੇ ਨਾਲ, ਇੱਕ ਵਾਕ ਕਹਿ ਕੇ ਉਹਨੇ ਇਹ ਸਾਰਾ ਕੁਦਰਤ ਦਾ ਪਸਾਰਾ ਬਣਾ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਇੱਕ ਬੋਲ ਦੇ ਨਾਲ ਸਾਰਾ ਕੁਝ ਬਣਾ ਦਿੱਤਾ। ਉਹ ਉਹਨੇ ਕਿਵੇਂ ਬਣਾਇਆ ਉਹੀ ਜਾਣਦਾ ਹੈ। ਜਾਂ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੇ ਸੋਈ। ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹ ਆਪ ਹੀ ਜਾਣਦਾ ਹੈ। ਉਹ ਸਵਾਲ ਕਰਦੇ ਹੁੰਦੇ ਨਾ, ਪੁੱਛਦੇ ਹੁੰਦੇ ਵੀ ਪਹਿਲਾਂ ਆਂਡਾ ਆਇਆ ਕਿ ਮੁਰਗੀ, ਦੱਸੋ ਕੋਈ ਇਹਦਾ ਕੀ ਜਵਾਬ ਆ ਭਾਈ। ਤਾਂ ਰੱਬ ਨੇ ਬਚਨ ਕੀਤਾ, ਸਾਰਾ ਕੁਝ ਬਣਾ ਦਿੱਤਾ ਉਹਨੇ ਹੀ। ਅਤੇ ਇਹ ਖੇਡ ਦੇ ਵਿੱਚ ਨਾ ਪਓ ਵੀ ਕਿਹੜਾ ਪਹਿਲਾਂ ਆਇਆ। ਕਾਦਰ ਨੇ ਇਸ ਕੁਦਰਤ ਨੂੰ ਸਾਜਿਆ ਆਪਣੇ ਬੋਲਾਂ ਦੇ ਨਾਲ। ਤੋਲ ਅਤੋਲ ਨਾ ਤੋਲੀਐ, ਤੁਲ ਨਾ ਤੁਲਾ ਧਾਰ ਤੋਲ ਆਇਆ। ਕਾਦਰ ਜੋ ਹੈ ਪਰਮੇਸ਼ਰ, ਇਹ ਤੋਲ ਤੋਂ ਅਤੋਲ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ। ਔਰ ਕੋਈ ਇਹੋ ਜਿਹੀ ਤਕੜੀ ਨਹੀਂ ਬਣੀ ਵੀ ਵੱਟਾ ਪਾ ਕੇ ਉਹਨੂੰ ਤੋਲ ਲਿਆ ਜਾਵੇ, ਜਾਂ ਉਹਦਾ ਇਹ ਪਸਾਰਾ ਸਾਰਾ ਹੈ, ਇਸ ਪਸਾਰੇ ਨੂੰ ਤੋਲਿਆ ਜਾ ਸਕੇ, ਇਹ ਵੀ ਅਤੋਲ ਹੈ। ਜਿਵੇਂ ਕੋਈ ਥੋੜ੍ਹਾ ਸਾਜੋ ਸਮਾਨ ਹੋਵੇ ਨਾ, ਆਪਾਂ ਤੱਕੜੀ ਦੇ ਦੋ ਛਾਬੇ ਹੈ, ਇੱਕ ਪਾਸੇ ਵੱਟਾ ਪਾਉਂਦੇ ਹਾਂ, ਦੂਜੇ ਪਾਸੇ ਉਹ ਸਮਾਨ ਪਾ ਲੈਂਦੇ, ਤੋਲ ਲਈਦਾ।
ਇਹ ਜਿਹੜੀ ਕੁਦਰਤ ਹੈ ਨਾ, ਕੁਦਰਤ ਧਰਤੀ, ਚੰਦ, ਸੂਰਜ, ਇਹਨਾਂ ਦਾ ਕੋਈ ਭਾਰ ਦੱਸ ਸਕਦਾ, ਕੋਈ ਤੋਲ ਸਕਦਾ ਇਹਨਾਂ ਨੂੰ? ਭਾਈ ਗੁਰਦਾਸ ਜੀ ਕਹਿੰਦੇ ਕੋਈ ਤੱਕੜੀ ਨਹੀਂ ਬਣੀ, ਕੋਈ ਵੱਟਾ ਨਹੀਂ ਬਣਿਆ, ਕਾਦਰ ਦੇ ਇਸ ਕੁਦਰਤ ਪਸਾਰੇ ਨੂੰ ਤੋਲਿਆ ਜਾ ਸਕੇ। ਕੁਝ ਗੱਲਾਂ ਐਸੀਆਂ ਹੁੰਦੀਆਂ ਬੰਦਾ ਬੁੱਧੀ ਦੇ ਤਲ 'ਤੇ ਅਨੁਮਾਨ ਲਾਉਂਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਵੀ ਬੁੱਧੀ ਦੀ ਤੱਕੜੀ ਦੇ ਵਿੱਚ ਵਿਚਾਰ ਦਾ ਵੱਟਾ ਪਾ ਕੇ ਜਦੋਂ ਤੋਲਿਆ ਜਾਂਦਾ। ਬੰਦੇ ਦੀ ਬੁੱਧੀ ਵੀ ਏਡੀ ਨਹੀਂ, ਵਿਚਾਰ ਦਾ ਵੱਟਾ ਵੀ ਏਡਾ ਨਹੀਂ ਵੀ ਇਹਨੂੰ ਤੋਲ ਸਕੇ। ਲੇਖ ਅਲੇਖ ਨਾ ਲਿਖੀਐ, ਅੰਗ ਨਾ ਅੱਖਰ ਲੇਖ ਲਿਖਾਇਆ। ਕਾਦਰ ਦੀ ਜਿਹੜੀ ਕੁਦਰਤ ਹੈ ਇਹ ਲੇਖੇ ਤੋਂ ਅਲੇਖ ਹੈ, ਇਹਨੂੰ ਲਿਖਿਆ ਵੀ ਨਹੀਂ ਜਾ ਸਕਦਾ। ਔਰ ਅੰਗ ਨਾ ਅੱਖਰ ਲੇਖ ਲਿਖਾਇਆ। ਅੰਗ ਕਹਿੰਦੇ ਜਿਹੜੇ ਅੰਕ ਪਾਉਂਦੇ ਆ, ਇੱਕ ਹੁੰਦਾ ਉੱਦਾਂ ਆਪਾਂ ਲਿਖਦੇ ਹਾਂ ਅੱਖਰ ਜਿਹੜੇ ਦੂਜੇ ਨੇ, ਇੱਕ ਜਿਹੜੇ ਆਪਾਂ ਗਿਣਤੀ ਵਾਲੇ ਅੱਖਰ ਪਾਉਂਦੇ ਹਾਂ। 10 ਲਿਖਣਾ ਹੈ, ਏਕਾ ਪਾਇਆ ਅਤੇ ਅੱਗੇ 0 ਲਾ ਤਾ। 100 ਲਿਖਣਾ ਹੈ, ਏਕਾ ਪਾਇਆ ਅੱਗੇ 2 ਬਿੰਦੀਆਂ ਲਾਤੀਆਂ, 100 ਹੋ ਗਿਆ। ਇਹ ਅੰਕਾਂ ਦੀ ਹੋ ਗਈ ਵਿਦਿਆ। ਦੂਜੀ ਜੇ 100 ਉੱਦਾਂ ਲਿਖਣਾ, ਸੱਸਾ ਅਤੇ ਸੱਸੇ ਦੇ ਉੱਤੇ ਕਨੌੜਾ ਪਾ ਦਿਓ, ਉਹ ਵੀ 100 ਹੈ। ਭਾਈ ਗੁਰਦਾਸ ਜੀ ਕਹਿੰਦੇ ਨਾ ਹਿੰਦਸਿਆਂ ਦੇ ਨਾਲ ਅਤੇ ਨਾ ਅੱਖਰਾਂ ਦੇ ਨਾਲ ਕਿਸੇ ਤਰ੍ਹਾਂ ਵੀ ਉਹਦਾ ਲੇਖਾ ਲਿਖਿਆ ਨਹੀਂ ਜਾ ਸਕਦਾ। ਮੁੱਲ ਅਮੁੱਲ ਨਾ ਮੋਲੀ ਹੈ, ਲੱਖ ਪਦਾਰਥ ਲਵੈ ਨਾ ਲਾਇਆ। ਉਹਦਾ ਮੁੱਲ ਵੀ ਨਹੀਂ ਪੈ ਸਕਦਾ, ਮੁੱਲ ਤੋਂ ਅਮੁੱਲ ਹੈ, ਕੋਈ ਉਹਦਾ ਮੁੱਲ ਨਹੀਂ ਪਾ ਸਕਦਾ, ਅਤੇ ਲੱਖਾਂ ਪਦਾਰਥ ਵੀ ਉਸ ਦੀ ਬਰਾਬਰਤਾ ਨਹੀਂ ਕਰ ਸਕਦੇ। ਬੋਲ ਅਬੋਲ ਨਾ ਬੋਲੀ ਐ, ਸੁਣ ਸੁਣ ਆਖਣ ਆਖ ਸੁਣਾਇਆ। ਫਿਰ ਬੋਲਾਂ ਦੇ ਨਾਲ ਵੀ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਕੁਝ ਗੱਲਾਂ ਹੁੰਦੀਆਂ ਬੋਲ ਕੇ ਦੱਸੀਆਂ ਜਾ ਸਕਦੀਆਂ। ਕਾਦਰ ਬਾਰੇ ਅਤੇ ਕੁਦਰਤ ਬਾਰੇ ਪੂਰਨ ਤੌਰ 'ਤੇ ਬੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ। ਸੁਣ ਸੁਣ ਆਖਣ ਆਖ ਸੁਣਾਇਆ। ਅਤੇ ਜਿੰਨਾ ਕੁ ਕੋਈ ਕਿਸੇ ਤੋਂ ਸੁਣਦਾ ਹੈ, ਸੁਣ ਸੁਣ ਕੇ ਅੱਗੇ ਉਹ ਗੱਲਾਂ ਕਹਿੰਦਾ ਹੈ, ਸੁਣ ਸੁਣ ਕੇ ਲੋਕ ਇੱਕ ਦੂਜੇ ਤੋਂ ਸੁਣਦੇ ਆ, ਅੱਗੇ ਦੱਸੀ ਜਾਂਦੇ ਆ, ਉਹ ਏਡਾ ਕੁ ਹੈ, ਇਸ ਤਰ੍ਹਾਂ ਦਾ ਹੈ, ਉਹਦੀ ਕੁਦਰਤ ਇੱਦਾਂ ਦੀ ਹੈ, ਇੰਨਾ ਪਸਾਰਾ ਕੁਦਰਤ ਦਾ, ਬਸ ਆਹੀ ਗੱਲਾਂ ਕਰਦੇ ਹੈ। ਅਗਮ ਅਥਾਹੋ ਅਗਾਧ ਬੋਧ, ਅੰਤ ਨਾ ਪਾਰਾ ਵਾਰ ਨਾ ਪਾਇਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਕਾਦਰ ਦੀ ਕੁਦਰਤ ਹੈ ਨਾ, ਉਹ ਅਗਮ, ਮਨ ਦੀ ਪਹੁੰਚ ਤੋਂ ਪਰੇ ਹੈ। ਕਈਆਂ ਥਾਵਾਂ 'ਤੇ ਆਪਾਂ ਸਰੀਰ ਕਰਕੇ ਪਹੁੰਚ ਸਕਦੇ ਹਾਂ, ਅਤੇ ਕਈ ਥਾਵਾਂ 'ਤੇ ਬੰਦਾ ਮਨ ਕਰਕੇ ਪਹੁੰਚ ਜਾਂਦਾ, ਪਰ ਉਹਦੀ ਕੁਦਰਤ ਐਡੀ ਬੇਅੰਤ ਹੈ ਵੀ ਮਨ ਤੋਂ ਵੀ ਪਰੇ ਹੈ। ਅਥਾਹੋ, ਜਿਹਦਾ ਕੋਈ ਥਾਂ ਹੀ ਨਹੀਂ, ਅਗਾਧ ਬੋਧ ਹੈ, ਕੋਈ ਇਹਦਾ ਅੰਤ ਪਾਰਾਵਾਰ ਨਹੀਂ ਪਾ ਸਕਦਾ। ਕੁਦਰਤ ਕੀਮ ਨਾ ਜਾਣੀ ਐ, ਕੇਵੜ ਕਾਦਰ ਕਿਤ ਘਰ ਆਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰਮੁਖੋ ਸੁਣੋ, ਪਰਮੇਸ਼ਰ ਦੀ ਬਣਾਈ ਕੁਦਰਤ ਦੀ ਕੋਈ ਕੀਮਤ ਨਹੀਂ ਜਾਣ ਸਕਦਾ। ਅਤੇ ਫਿਰ ਤੁਸੀਂ ਆਪ ਹੀ ਦੱਸੋ, ਪਰਮੇਸ਼ਰ ਕਿੱਡਾ ਵੱਡਾ ਹੈ, ਉਹ ਕਿਸ ਘਰੋਂ ਆਇਆ, ਇਹ ਗੱਲ ਕੌਣ ਜਾਣ ਸਕਦਾ? ਜਦੋਂ ਉਹਦੀ ਬਣਾਈ ਸ੍ਰਿਸ਼ਟੀ, ਉਹਦੀ ਬਣਾਈ ਕੁਦਰਤ ਬਾਰੇ ਹੀ ਨਹੀਂ ਜਾਣਿਆ ਜਾ ਸਕਦਾ, ਅਤੇ ਫਿਰ ਰੱਬ ਬਾਰੇ ਕੌਣ ਜਾਣ ਸਕਦਾ ਹੈ? ਜੇ ਕ੍ਰਿਤ ਨੂੰ ਨਹੀਂ ਬੰਦਾ ਸਮਝ ਸਕਿਆ, ਅਤੇ ਕਰਤੇ ਨੂੰ ਕਿਵੇਂ ਸਮਝ ਲਵੇਗਾ? ਨਹੀਂ ਸਮਝ ਸਕਦਾ। ਇਸ ਲਈ ਉਹ ਕਿਸ ਘਰੋਂ ਆਇਆ ਹੈ ਅਤੇ ਕਿੱਡਾ ਕੁ ਵੱਡਾ ਹੈ, ਇਹ ਬੰਦਾ ਬਿਲਕੁਲ ਨਹੀਂ ਜਾਣ ਸਕਦਾ। ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲਿਵ ਅਲਖ ਲਖਾਇਆ। ਸੋ ਗੁਰਮੁਖ ਨੂੰ ਸਾਧ ਸੰਗਤ ਰੂਪੀ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਸਾਧ ਸੰਗਤ ਕਰਦਾ ਨਾ, ਇੱਥੇ ਬੈਠ ਕੇ ਬਾਣੀ ਨੂੰ ਸੁਣਿਆ, ਬਾਣੀ ਪੜ੍ਹਦਿਆਂ ਜੋ ਮਨ ਨੂੰ ਸਕੂਨ ਮਿਲਦਾ ਹੈ, ਇਹ ਸਭ ਤੋਂ ਵੱਡਾ ਸੁੱਖ ਹੈ ਗੁਰਮੁਖਾਂ ਦਾ। ਇਹੀ ਤਾਂ ਸੁੱਖ ਹੈ
ਬਾਕੀ ਤਾਂ ਬੰਦਾ ਚਿੰਤਾਵਾਂ ਫਿਕਰਾਂ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ, ਕੰਮਾਂ ਧੰਦਿਆਂ 'ਚੋਂ ਹੀ ਬਾਹਰ ਨਹੀਂ ਆ ਪਾਉਂਦਾ। ਆਹੀ 2 ਘੜੀਆਂ ਸੁੱਖ ਦੀਆਂ ਹੁੰਦੀਆਂ ਜਿੱਥੇ ਗੁਰੂ ਦੀ ਗੱਲ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਸਰਵਣ ਕੀਤਾ ਜਾਂਦਾ ਹੈ, ਗੁਰੂ ਦੇ ਦੀਦਾਰ ਹੁੰਦੇ ਹੈ, ਗੁਰੂ ਨੂੰ ਨਤਮਸਤਕ ਹੋਇਆ ਜਾਂਦਾ ਹੈ। ਇਹ ਸੁੱਖ ਫਲ ਹੈ, ਸਾਧ ਸੰਗਤ ਰੂਪੀ ਸੁੱਖ ਫਲ ਹੈ। ਸ਼ਬਦ ਸੁਰਤ ਲਿਵ ਅਲਖ ਲਖਾਇਆ। ਗੁਰਮੁਖ ਸ਼ਬਦ ਦੇ ਵਿੱਚ ਸੁਰਤ ਜੋੜ ਕੇ, ਲਿਵ ਲਾ ਕੇ ਅਲਖ ਨੂੰ ਲਖ ਲੈਂਦੇ, ਜਾਣ ਲੈਂਦੇ ਹੈ। ਪਿਰਮ ਪਿਆਲਾ ਅਜਰ ਜਰਾਇਆ। ਅਤੇ ਗੁਰਮੁਖ ਪਿਰਮ ਪਿਆਲੇ ਨੂੰ ਪੀਂਦੇ ਹੋਏ ਅਜਰ ਨੂੰ ਜਰ ਕੇ ਰੱਖਦੇ ਹੈ। ਜੋ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਨਾ, ਉਹ ਰੌਲਾ ਨਹੀਂ ਪਾਉਂਦੇ। ਪਿਆਰੇ ਦੇ ਪ੍ਰੇਮ ਪਿਆਲੇ ਨੂੰ ਪੀ ਕੇ ਅਜਰ ਸ਼ਕਤੀਆਂ ਨੂੰ ਜਰ ਲੈਂਦੇ ਹੈ, ਸਹਾਰ ਲੈਂਦੇ ਹੈ। ਭਾਵ ਇਹ ਹੁੰਦਾ ਉਹਨਾਂ ਦਾ ਹਾਜ਼ਮਾ ਮਜ਼ਬੂਤ ਹੁੰਦਾ। ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਸੋ ਐਸੀ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ। 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ ਵੀ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਪਰਮਾਤਮਾ ਬੇਅੰਤ ਹੈ ਔਰ ਕੋਈ ਵੀ ਨਾ ਉਹਦਾ ਅੰਤ ਪਾ ਸਕਦਾ, ਨਾ ਪੂਰਨ ਤੌਰ 'ਤੇ ਉਸ ਨੂੰ ਕਥਨ ਕਰ ਸਕਦਾ ਹੈ। ਸਾਧੋ ਸ਼ਬਦਹੁ ਬਾਹਰਾ ਅਕਥ ਕਥਾ ਕਿਉਂ ਜਿਹਵਾ ਜਾਣੈ। ਪਰਮਾਤਮਾ ਦੀ ਕਥਾ ਅਕਥ ਹੈ। ਸਾਧੋ ਕਹਿੰਦੇ ਸਵਾਦ ਤੋਂ ਅਤੇ ਸ਼ਬਦਾਂ ਤੋਂ ਉਹ ਬਾਹਰ ਹੈ, ਪਰੇ ਹੈ। ਉਹਦੀ ਅਕਥ ਕਥਾ ਨੂੰ ਇਹ ਜ਼ੁਬਾਨ ਕਿਵੇਂ ਜਾਣ ਸਕਦੀ ਹੈ? ਦੱਸੋ, ਇਹ ਜ਼ੁਬਾਨ ਉਹਦਾ ਹਾਲ ਦੱਸ ਸਕਦੀ ਹੈ? ਜਾਂ ਜ਼ੁਬਾਨ ਉਹਦੇ ਬਾਰੇ ਦੱਸ ਸਕਦੀ ਉਹ ਕਿੱਡਾ ਵੱਡਾ, ਉਹਨੇ ਕੀ ਕੀ ਕੀਤਾ ਹੈ, ਕਦੋਂ ਤੋਂ ਉਹ ਜਨਮਿਆ ਹੈ? ਨਹੀਂ ਦੱਸ ਸਕਦੀ। ਇਹ ਜੀਭਾ ਨਹੀਂ ਦੱਸ ਸਕਦੀ ਉਹਦੇ ਬਾਰੇ। ਉਸਤਤ ਨਿੰਦਾ ਬਾਹਰਾ ਕਥਨੀ ਬਦਨੀ ਵਿੱਚ ਨ ਆਣੈ। ਉਹ ਪਰਮਾਤਮਾ ਉਸਤਤ ਅਤੇ ਨਿੰਦਾ ਤੋਂ ਬਾਹਰੀ ਹੈ, ਪਰੇ ਹੈ। ਉਹਦੀ ਕੋਈ ਨਿੰਦਿਆ ਕਰੀ ਜਾਵੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਦੀਆਂ ਕੋਈ ਉਸਤਤਾਂ ਕਰੀ ਜਾਵੇ ਅਤੇ ਉਹਦੇ ਮਨ ਵਿੱਚ ਕੋਈ ਹੰਕਾਰ ਦੀ ਕਣੀ ਨਹੀਂ ਪੈਦਾ ਹੋਣੀ। ਇਹ ਤਾਂ ਬੰਦਾ ਹੀ ਹੈ ਨਾ, ਬੰਦੇ ਦੀਆਂ ਕੋਈ 4 ਕੁ ਸਿਫਤਾਂ ਕਰ ਦੇਵੇ ਅਤੇ ਬੰਦਾ ਫੁੱਲਿਆ ਨਹੀਂ ਸਮਾਉਂਦਾ, ਮੇਰੀ ਵਡਿਆਈ ਹੁੰਦੀ ਹੈ। ਜੇ ਕੋਈ ਨਿੰਦਿਆ ਕਰ ਦੇਵੇ ਫਿਰ ਰੋਣ ਲੱਗ ਪੈਂਦਾ, ਫਲਾਣਾ ਮੈਨੂੰ ਇੱਦਾਂ ਕਹਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪਰਮਾਤਮਾ ਹੈ ਉਹਦੀ ਨਿੰਦਾ ਉਸਤਤ ਕੋਈ ਕਰੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਥਨੀ ਬਦਨੀ ਵਿੱਚ ਨਾ ਆਣੇ। ਅਤੇ ਉਹ ਕਥਨ ਅਤੇ ਬਦਨੀ ਕਹਿੰਦੇ ਹੈ ਕਵੀਸ਼ਰੀ। ਉਹ ਕਥਨ ਵਿੱਚ, ਕਵੀਸ਼ਰੀ ਵਿੱਚ ਪੂਰਨ ਤੌਰ 'ਤੇ ਨਹੀਂ ਆਉਂਦਾ। ਹਾਂ, ਲੋਕ ਉਹਦੀਆਂ ਸਿਫਤਾਂ ਜ਼ਰੂਰ ਕਰਦੇ ਹੈ, ਪਰ ਜੇ ਕੋਈ ਇਹ ਗੱਲ ਕਵੇ ਵੀ ਪੂਰਨ ਤੌਰ 'ਤੇ ਉਹਦੀ ਸਿਫਤ ਹੋ ਗਈ ਤਾਂ ਨਹੀਂ। ਪੂਰਨ ਤੌਰ 'ਤੇ ਉਹਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਗੰਧ ਸਪਰਸ ਅਗੋਚਰਾ ਨਾਸ ਸਾਸ ਹੈਰਤ ਹੈਰਾਣੈ। ਗੰਧ ਸਪਰਸ ਅਗੋਚਰਾ। ਭਾਈ ਗੁਰਦਾਸ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਨੱਕ ਦੇ ਸੁੰਘਣ ਦਾ ਵਿਸ਼ਾ ਵੀ ਨਹੀਂ। ਜਿਵੇਂ ਫੁੱਲ ਹੁੰਦੇ ਹੈ ਨਾ, ਫੁੱਲਾਂ 'ਚ ਸੁਗੰਧੀ ਹੈ, ਉਹ ਨੱਕ ਦਾ ਵਿਸ਼ਾ ਹੈ। ਉਹਨੂੰ ਨੱਕ ਹੀ ਦੱਸਦੇ ਹੈ ਵੀ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ। ਉਹ ਸੁੰਘਣ ਦਾ ਵਿਸ਼ਾ ਵੀ ਨਹੀਂ। ਔਰ ਸਪਰਸ ਅਤੇ ਸਪਰਸ਼ ਕਰਨ ਦਾ ਵੀ ਉਹ ਵਿਸ਼ਾ ਨਹੀਂ, ਅਗੋਚਰ ਹੈ। ਉਹਨੂੰ ਹੱਥ ਵੀ ਨਹੀਂ ਲਾਇਆ ਜਾ ਸਕਦਾ, ਟੋਹ ਕੇ ਵੇਖਿਆ ਨਹੀਂ ਜਾ ਸਕਦਾ। ਨਾਸ ਸਾਸ ਹੈਰਤ ਹੈਰਾਣੈ। ਉਹ ਅਸਚਰਜ ਤੋਂ ਅਸਚਰਜ ਹੈ। ਉਹ ਸਵਾਸ ਤੋਂ ਵੀ ਨਾਸ਼ ਰਹਿਤ ਹੈ, ਸਵਾਸਾਂ ਤੋਂ ਬਿਨਾਂ ਹੈ। ਉਹਨੂੰ ਸਾਹ 'ਤੇ ਇਹ ਸਰੀਰ ਨੂੰ ਲੋੜ ਹੈ, ਸਾਹ ਦੀ। ਆਪਾਂ ਆਕਸੀਜਨ ਲੈਂਦੇ ਹਾਂ, ਰੱਬ ਨੂੰ ਸਾਹ ਦੀ ਲੋੜ ਥੋੜ੍ਹੀ ਹੈ। ਉਹ ਤਾਂ ਸਵਾਸਾਂ ਤੋਂ ਬਿਨਾਂ ਹੈ। ਸੋ ਸਵਾਸ ਤੋਂ ਉਹ ਰਹਿਤ ਹੈ,
ਔਰ ਕਿਸੇ ਦੀ ਪਕੜ ਦੇ ਵਿੱਚ ਨਹੀਂ ਆਉਂਦਾ। ਅਸਚਰਜ ਤੋਂ ਅਸਚਰਜ ਹੈ, ਹੈਰਤ ਹੈਰਾਨ ਹੈ, ਅਸਚਰਜ ਤੋਂ ਅਸਚਰਜ। ਇੱਥੇ ਪਾਠ ਹੈਰਤ ਦੀ ਥਾਂ 'ਤੇ ਹੇਰਤ ਵੀ ਆਇਆ ਹੈ। ਭਾਵ ਉਹ ਵੇਖਣ ਵਿੱਚ ਅਸਚਰਜ ਹੈ, ਹੈਰਾਨ ਹੈ। ਸੋ ਇਸ ਤਰ੍ਹਾਂ ਇਹ ਦੋਵੇਂ ਪਾਠ ਨੇ। ਵਰਨਹੁ ਚਿਹਨਹੁ ਬਾਹਰਾ, ਦਿਸ਼ਟ ਅਦਿਸ਼ਟ ਨ ਧਿਆਨ ਤਿੰਘਾਣੈ। ਭਾਈ ਗੁਰਦਾਸ ਜੀ ਕਹਿੰਦੇ ਉਹ ਵਰਨ ਚਿਹਨ, ਨਾ ਉਹਦਾ ਕੋਈ ਰੰਗ ਹੈ, ਨਾ ਕੋਈ ਉਹਦਾ ਚਿਹਨ ਚੱਕਰ ਹੈ, ਨਾ ਕੋਈ ਉਹਦੀ ਨਿਸ਼ਾਨੀ ਇਹਦੇ ਤੋਂ ਬਾਹਰ ਹੀ ਹੈ। ਦਿਸ਼ਟ ਅਦਿਸ਼ਟ, ਦੇਖਣ ਤੋਂ ਵੀ ਉਹ ਅਦ੍ਰਿਸ਼ਟ ਹੈ, ਉਹ ਵੇਖਣ ਦੇ ਵਿੱਚ ਵੀ ਨਹੀਂ ਆਉਂਦਾ। ਨਾ ਧਿਆਨ ਤਿੰਘਾਣੈ, ਅਤੇ ਕੋਈ ਧੱਕੇ ਦੇ ਨਾਲ, ਜ਼ੋਰ ਦੇ ਨਾਲ ਵੇਖਣਾ ਚਾਹਵੇ ਤਾਂ ਵੀ ਉਸ ਨੂੰ ਸਫਲਤਾ ਨਹੀਂ ਮਿਲ ਸਕਦੀ। ਉਹ ਧਿਆਨ ਦੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਧਿਆਨ ਦੇ ਵਿੱਚ ਉਹੀ ਆਵੇਗਾ ਜਿਹਦਾ ਆਕਾਰ ਹੁੰਦਾ ਹੈ। ਜੋ ਕੁਝ ਅਸੀਂ ਵੇਖਿਆ ਹੁੰਦਾ ਉਹ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ, ਉਹਦਾ ਤਾਂ ਆਕਾਰ ਹੀ ਕੋਈ ਨਹੀਂ ਹੈ। ਧਿਆਨ ਦੇ ਵਿੱਚ ਕਿਵੇਂ ਉਸ ਨੂੰ ਲੈ ਆਓਗੇ? ਧਿਆਨ ਵਿੱਚ ਨਹੀਂ ਲਿਆਇਆ ਜਾ ਸਕਦਾ, ਸਿਰਫ ਉਹਦੇ ਨਾਮ ਦੇ ਵਿੱਚ ਜੁੜਿਆ ਜਾ ਸਕਦਾ ਹੈ। ਸੋ ਐਸਾ ਹੈ ਉਹ ਪਰਮਾਤਮਾ। ਨਿਰਾਲੰਬ ਅਵਲੰਬ ਵਿਣ, ਧਰਤ ਅਗਾਸ ਨਿਵਾਸ ਵਿਡਾਣੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨਿਰਾਲੰਬ, ਉਹ ਕਿਸੇ ਆਸਰੇ ਤੋਂ ਬਿਨਾਂ ਹੈ, ਉਹਨੂੰ ਕਿਸੇ ਦਾ ਆਸਰਾ ਨਹੀਂ। ਅਵਲੰਬ ਬਿਨ, ਬਾਕੀ ਦੁਨੀਆ ਦੀਆਂ ਚੀਜ਼ਾਂ ਸਾਰੀਆਂ ਕਿਸੇ ਨਾ ਕਿਸੇ ਆਸਰੇ ਹੁੰਦੀਆਂ ਨੇ। ਆ ਛੱਤ ਹੈ, ਇਹ ਵੀ ਕੰਧਾਂ ਦੇ ਆਸਰੇ ਹੈ, ਕੰਧਾਂ ਨਹੀਂ ਤੇ ਇਹਨੇ ਕਿੱਥੇ ਟਿਕਣਾ। ਪਰਮਾਤਮਾ ਨੂੰ ਕਿਸੇ ਦਾ ਆਸਰਾ ਨਹੀਂ, ਉਹ ਕਿਸੇ ਹੋਰ ਦੇ ਆਸਰੇ 'ਤੇ ਨਹੀਂ ਰਹਿੰਦਾ। ਧਰਤ ਆਗਾਸ ਨਿਵਾਸ ਵਿਡਾਣੈ, ਉਹ ਧਰਤੀ ਅਤੇ ਆਕਾਸ਼ ਦੇ ਵਿੱਚ ਵਾਸਾ ਕਰਦਾ ਹੈ। ਰੂਪ ਕੋਈ ਨਹੀਂ, ਆਕਾਰ ਕੋਈ ਨਹੀਂ, ਉਹ ਸਾਰਿਆਂ ਥਾਵਾਂ 'ਤੇ ਵੱਸਦਾ ਹੈ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣੈ। ਸਾਧ ਸੰਗਤ ਰੂਪੀ ਸੱਚਖੰਡ ਹੈ, ਜਿੱਥੇ ਗੁਰ ਸ਼ਬਦ ਦੀ ਸਹਾਇਤਾ ਦੇ ਨਾਲ ਇਸ ਅਨੰਤ ਅਤੇ ਅਥਾਹ ਪ੍ਰਭੂ ਦੀ ਸੋਝੀ, ਉਹਦੀ ਸਿਆਣ ਮਿਲਦੀ ਹੈ। ਵਸਦਾ ਉਹ ਸਾਰਿਆਂ ਥਾਵਾਂ 'ਤੇ ਹੈ, ਪਰ ਵਿਸ਼ੇਸ਼ ਕਰਕੇ ਸਾਧ ਸੰਗਤ ਦੇ ਵਿੱਚ ਉਹਦਾ ਵਾਸਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਹੈ ਤਾਂ ਸਾਰਿਆਂ ਥਾਵਾਂ 'ਤੇ, ਪਰ ਇੱਥੇ ਵਿਸ਼ੇਸ਼ ਕਰਕੇ ਹੈ। ਇੱਥੇ ਉਹ ਛੇਤੀ ਮਿਲਦਾ ਹੈ, ਉਹ ਮਹਿਸੂਸ ਹੁੰਦਾ, ਉਹਦਾ ਅਹਿਸਾਸ ਹੁੰਦਾ ਸਾਧ ਸੰਗਤ ਦੇ ਵਿੱਚ। ਜਿਵੇਂ ਪਾਣੀ ਤਾਂ ਸਾਰੀਆਂ ਥਾਵਾਂ 'ਤੇ ਹੈ ਧਰਤੀ 'ਚ, ਪਰ ਪਿਆਸਾ ਬੰਦਾ ਖੂਹ 'ਤੇ ਜਾਵੇਗਾ ਨਾ, ਉੱਥੇ ਪ੍ਰਗਟ ਹੈ, ਉੱਥੇ ਪ੍ਰਤੱਖ ਹੈ, ਉੱਥੋਂ ਪਾਣੀ ਪੀ ਕੇ ਝੱਟ ਪਿਆਸ ਦੂਰ ਕਰ ਲੈਂਦਾ ਹੈ। ਹੈ ਤਾਂ ਸਾਰੀਆਂ ਥਾਵਾਂ 'ਤੇ, ਪਰ ਪਿਆਸ ਦੂਰ ਕਰਨ ਵਾਸਤੇ ਖੂਹ 'ਤੇ, ਕਿਤੇ ਨਲਕੇ 'ਤੇ, ਕਿਤੇ ਦਰਿਆ 'ਤੇ ਚੱਲ ਕੇ ਜਾਣਾ ਪਏਗਾ। ਸੋ ਇਸੇ ਤਰ੍ਹਾਂ ਹੈ ਤਾਂ ਉਹ ਸਾਰੀਆਂ ਥਾਵਾਂ 'ਤੇ, ਪਰ ਸੰਗਤ ਦੇ ਵਿੱਚ ਉਹ ਵਿਸ਼ੇਸ਼ ਕਰਕੇ ਵੱਸਦਾ ਹੈ ਪਰਮੇਸ਼ਰ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣੈ। ਸੋ ਨਿਰੰਕਾਰ ਸ਼ਬਦ ਦੇ ਨਾਲ ਸਿਆਣਿਆ ਪਛਾਣਿਆ ਜਾਂਦਾ ਹੈ। ਕੁਦਰਤ ਕਾਦਰ ਨੂੰ ਕੁਰਬਾਨੈ। ਭਾਈ ਗੁਰਦਾਸ ਜੀ ਕਹਿੰਦੇ ਮੈਂ ਕਾਦਰ ਦੀ ਕੁਦਰਤ ਤੋਂ ਕੁਰਬਾਨ ਜਾਂਦਾ ਹਾਂ, ਉਹਦੇ ਤੋਂ ਸਦਾ ਬਲਿਹਾਰ ਜਾਂਦਾ ਹਾਂ। ਸੋ ਉਹਦੇ ਤੋਂ ਵਾਰਨੇ ਬਲਿਹਾਰਨੇ ਜਾਈਏ, ਉਹ ਕਥਨ ਨਹੀਂ ਕੀਤਾ ਜਾ ਸਕਦਾ। ਕਥਨੈ ਕਹਿਣ ਨਾ ਛੁੱਟੀਐ, ਨਾ ਪੜ੍ਹ ਪੁਸਤਕ ਭਾਰ। ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹ ਲਵੇ ਅਤੇ ਬੰਦਾ ਉਹਦੀਆਂ ਪੂਰਨ ਤੌਰ 'ਤੇ ਵਡਿਆਈਆਂ ਨਹੀਂ ਕਰ ਸਕਦਾ। ਸੋ ਇਸ ਲਈ ਪ੍ਰਭੂ ਬੇਅੰਤ ਹੈ। ਉਹ ਭੁਲੇਖਾ ਬੰਦਾ ਮਨ ਵਿੱਚੋਂ ਕੱਢ ਦੇਵੇ ਵੀ ਮੈਂ ਉਹਨੂੰ ਕਥਨ ਕਰ ਲਿਆ ਹੈ। ਸਤਿਗੁਰੂ ਕਹਿੰਦੇ ਤੂੰ ਉਸ ਨੂੰ ਕਥਨ ਨਹੀਂ ਕਰ ਸਕਦਾ। ਕਥਨੀ ਬਦਨੀ ਪੜ੍ਹ ਪੜ੍ਹ ਭਾਰ, ਲੇਖ ਅਸੰਖ ਅਲੇਖ ਅਪਾਰ। ਉਹ ਤਾਂ ਅਪਾਰ ਹੈ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣੈ। ਕੁਦਰਤ ਕਾਦਰ ਨੂੰ ਕੁਰਬਾਨੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ